अस्सलाम वालेकुम की हाल है वीरो ठीक हो उम्मीद करते हैं सारे ठीक होंगे ਤੁਹਾਡੇ ਸਾਰਿਆਂ ਦਾ ਵੈਲਕਮ ਹੈ ਤੁਹਾਡੇ ਆਪਣੇ ਲਿਆਕਤ ਫਰੈਂਡ ਬਲੌਗ ਦੇ ਵਿੱਚ ਜਨਾਬ ਅੱਜ ਮੈਨੂੰ ਤਕਰੀਬਨ 4-5 ਦਿਨ ਹੋ ਗਏ ਮੈਂ ਵੀਡੀਓ ਕੋਈ ਨਹੀਂ ਪਾਈ YouTube ਦੇ ਉੱਪਰ ਨਾ ਉਹਦੀ ਵਜ੍ਹਾ ਮੇਰਾ ਇਰਾਦਾ ਸੀਗਾ ਕਿ ਹੁਣ ਰੋਜ਼ ਨਾ ਲੋਕ ਇੱਕੋ ਚੀਜ਼ ਦੇਖ ਕੇ ਨਾ ਲੋਕ ਕੀ ਸਾਡੇ ਹਾਲ ਫਿਲਹਾਲ ਤੇ ਉਹੀ ਬੰਦਾ ਵੇਖਦਾ ਜਿਹੜਾ ਸਾਡਾ ਕੋਈ ਕਰੀਬੀ ਆ ਜਾਂ ਕੋਈ ਥੱਲੇ ਵਾਲਾ ਆ ਨਿਊ ਵਿਊਜ਼ ਨਹੀਂ ਹੈ ਨਾਲ ਤੇ ਹੁਣ ਕੋਸ਼ਿਸ਼ ਕਰਨੀ ਸੀ ਕਿ ਹੁਣ ਨਾ ਸਟੋਰੀ ਬਣਾ ਕੇ ਕੋਈ ਸਟੋਰੀਆਂ ਬਣਾਈਏ ਸਟੋਰੀ ਕ੍ਰੀਏਟ ਕਰੀਏ ਚਲੋ ਹਫਤੇ ਦੇ ਵਿੱਚ 2 ਵੀ ਵੀਡੀਓ ਬਣ ਜਾਣ ਬਹੁਤ ਆ 2 ਬਣ ਜਾਣ 3 ਬਣ ਜਾਣ 2 ਦਿਨ ਵੀਡੀਓ ਲੱਗ ਜੇ 3 ਦਿਨ ਲੱਗ ਜੇ ਉਹ ਕੰਮ ਸਟਾਰਟ ਕਰਨਾ ਸੀ ਤੇ ਉਹਦੇ ਵਿੱਚ ਇਦਾਂ ਸੀ ਟਾਈਮ ਨਹੀਂ ਮਿਲਿਆ ਟਾਈਮ ਕਿਉਂ ਨਹੀਂ ਮਿਲਿਆ ਸਭ ਤੋਂ ਪਹਿਲੇ ਤੇ ਭਰਜਾਈ ਸੀ ਸਾਡੀ ਉਹ ਫੌਤ ਹੋ ਗਈ ਉਹ ਫੌਤ ਹੋਈ ਆ ਤੇ ਉਸ ਤੋਂ ਬਾਅਦ ਡਿਊਟੀ ਤੇ ਆਉਣ ਲੱਗ ਪਏ ਤੇ ਪਲਾਨ ਕਰਨ ਲੱਗ ਪਏ ਕਿ ਕਿੱਦਾਂ ਕਰੀਏ ਕੀ ਕਰੀਏ ਕਿਸ ਤਰ੍ਹਾਂ ਕਰੀਏ ਤੇ ਉਹ ਫਿਰ ਪਲਾਨ ਹੋਇਆ ਵੀ ਚਲੋ ਸਟੋਰੀਆਂ ਸ਼ੁਰੂ ਕਰਦੇ ਹਾਂ 3-4 ਜਣੇ ਹੈਗੇ ਅਸੀਂ ਰਲ ਮਿਲ ਕੇ ਕਰਿਆ ਕਰਾਂਗੇ ਤੇ ਕੋਈ ਅੱਛੀ ਸਟੋਰੀ ਬਣਾਇਆ ਕਰਾਂਗੇ ਤਾਂ ਕਿ ਉਹਦੇ ਵਿੱਚ ਕੋਈ ਸਬਕ ਵੀ ਹੋਵੇ ਦੂਜੇ ਨੰਬਰ ਤੇ ਹੁਣ ਮੈਂ ਜਿੱਥੇ ਬੈਠਾ ਇਸ ਟਾਈਮ ਮੈਂ ਬੈਠਾ ਦਰਬਾਰ ਸ਼ਰੀਫ ਦਾਲੋਵਾਲ ਸੂਫੀ ਬਰਕਤ ਅਲੀ ਲੁਧਿਆਣੀ ਦੇ ਇੱਥੇ ਆਏ ਸੀਗੇ ਵਾਲਦਾ ਸੀਗੇ ਉਹਨਾਂ ਦਾ ਨਾ ਉਹ ਆਏ ਸੀ ਜੁਮੇਰਾਤ ਵਾਲੇ ਦਿਨ ਮੇਰੇ ਕੋਲ ਤੇ ਉਹਨਾਂ ਕਿਹਾ ਜੀ ਕੈਂਪ ਲੱਗਾ ਤੁਸੀਂ ਮੈਨੂੰ ਕਹਿ ਕੇ ਆਏ ਸੀ ਕਿ ਜੁਮੇਰਾਤ ਨੂੰ ਆ ਜਿਓ ਮੈਂ ਕਿਹਾ ਅੱਛਾ ਜੀ ਖੈਰ ਮੈਂ ਕਿਹਾ ਤੇ ਨਹੀਂ ਸੀਗਾ ਤੇ ਉਹ ਆ ਗਏ ਤੇ ਫਿਰ ਮੈਂ ਜੁਮੇ ਵਾਲੇ ਦਿਨ ਇਹਨਾਂ ਨੂੰ ਲੈ ਕੇ ਇੱਥੇ ਮਤਲਬ ਕਿ ਕੱਲ੍ਹ ਮੈਂ ਲੈ ਕੇ ਆਇਆ ਸੀ ਕੱਲ੍ਹ ਲੈ ਕੇ ਆਇਆ ਤਕਰੀਬਨ ਕੋਈ 9:30 ਪੌਣੇ 10 ਵਜੇ ਵਾਲਦ ਨੂੰ ਅੱਗੇ ਭੇਜਦਾ ਇੱਥੇ ਸਭ ਤੋਂ ਵੱਡਾ ਇੱਕ ਚੀਜ਼ ਆ ਕਿ ਔਰਤ ਦੇ ਨਾਲ ਔਰਤ ਅੰਦਰ ਹਸਪੀਟਲ ਜਿੱਥੇ ਜਾਣਾ ਉੱਥੇ ਵੀ ਤੇ ਮਰਦ ਦੇ ਨਾਲ ਇੱਕ ਮਰਦ ਅੰਦਰ ਜਾ ਕੇ ਹਸਪੀਟਲ ਸੈਪਰੇਟ ਆ ਔਰਤਾਂ ਵਾਸਤੇ ਅਲੱਗਾ ਆ ਤੇ ਮਰਦਾਂ ਵਾਸਤੇ ਅਲੱਗਾ ਆ ਹੁਣ ਅਸੀਂ ਕੱਲ੍ਹ ਨਾ ਤਾਂ ਕੋਈ ਪਲੈਨਿੰਗ ਕੀਤੀ ਕਿ ਅਸੀਂ ਜਾ ਕੇ ਉੱਥੇ ਜਾਣਾ ਸਾਨੂੰ ਪਤਾ ਨਹੀਂ ਸੀਗਾ ਇੱਥੇ ਕਿੰਨਾ ਟਾਈਮ ਲੱਗਦਾ ਕਿਉਂਕਿ ਫਸਟ ਟਾਈਮ ਸੀਗਾ ਲੇਕਿਨ ਇੱਥੇ ਕੈਂਪ ਲੱਗਦੇ ਨੂੰ ਕਾਫੀ ਦੇਰ ਹੋ ਚੱਲੀ ਹੈ ਤੇ ਸਾਨੂੰ ਨਹੀਂ ਸੀ ਪਤਾ ਕਿ ਇੱਥੇ ਜਾਣਾ ਤੇ ਨਾਲ ਚਾਰਜਰ ਵੀ ਲੈ ਕੇ ਜਾਣਾ ਸਰਾਣਾ ਚਾਦਰ ਵਗੈਰਾ ਕਿਉਂਕਿ ਜਹਾਜ਼ ਤੁਸੀਂ ਹਸਪਤਾਲ ਜਾਣਾ ਕਿਸੇ ਵੀ ਹਸਪੀਟਲ ਜਾਣਾ ਤੇ ਇੱਦਾਂ ਦਾ ਚੀਜ਼ ਤੇ ਸਮਾਨ ਤੁਸੀਂ ਲੈ ਕੇ ਜਾਣਾ ਬਣਦਾ ਤੁਹਾਡਾ ਅਸੀਂ ਭਾਈ ਉੱਦਾਂ ਹੀ ਨਾ ਕੋਈ ਚਾਰਜਰ ਲਿਆ ਮੋਬਾਈਲ ਦਾ ਨਾ ਕੋਈ ਸਰਾਣਾ ਨਾ ਕੋਈ ਚਾਦਰ ਮੂੰਹ ਚੁੱਕਿਆ ਅਸੀਂ ਦੋਵਾਂ ਨੇ ਤੇ ਅਸੀਂ ਆ ਵੱਜੇ ਦਰਬਾਰ ਸ਼ਰੀਫ ਤੇ ਅੱਛਾ ਜੀ ਉਸ ਤੋਂ ਬਾਅਦ ਜੀ ਪਰਚੀ ਲਈ ਵਾਲਦਾ ਨੇ ਪਰਚੀ ਲੈ ਕੇ ਤੇ ਉਹ ਇੱਥੇ ਇੱਦਾਂ ਹੈ ਕਿ ਕੋਈ ਬੰਦਾ ਇਕੱਲਾ ਵੀ ਹੈ ਨਾ ਤੇ ਉਹਨੂੰ ਟੈਨਸ਼ਨ ਕੋਈ ਨਹੀਂ ਆਪੇ ਇਹਨਾਂ ਲੈ ਕੇ ਅੰਦਰ ਚੱਲ ਜਾਣਾ ਆਪੇ ਸਾਰਾ ਕੁਝ ਕਰੀ ਜਾਣਾ ਲੇਕਿਨ ਸਟਾਰਟਿੰਗ ਦੇ ਵਿੱਚ ਜਲਦੀ ਫਾਰਗ ਹੋ ਜਾਂਦਾ ਸੀ ਮਰੀਜ਼ ਤੇ ਹੁਣ ਰਸ਼ ਹੋ ਗਿਆ ਕਾਫੀ ਜ਼ਿਆਦਾ ਡੇਲੀ ਤੇ 1400-1500 1600 ਹੁਣ ਪਰਸੋਂ ਜੁਮੇਰਾਤ ਜੁਮੇਰਾਤ ਵਾਲੇ ਦਿਨ 1650 ਆਪਰੇਸ਼ਨ ਹੋਇਆ ਅੱਖ ਦਾ 1650 ਆਪਰੇਟ ਹੋਇਆ ਇੱਕ ਦਿਨ ਦੇ ਵਿੱਚ ਤੇ ਅੱਗੇ ਤੁਸੀਂ ਖੁਦ ਹਿਸਾਬ ਲਾ ਲਓ ਕਿ ਇੱਥੇ ਕਿੰਨੀ ਆਵਾਮ ਆ ਕਿੰਨੇ ਲੋਕ ਆ ਰਹੇ ਨੇ ਕਿੰਨੇ ਫੈਜ਼ਯਾਬ ਹੋ ਰਹੇ ਨੇ ਤੇ ਦੂਜੇ ਨੰਬਰ ਤੇ ਇੱਥੇ ਸਭ ਤੋਂ ਜ਼ਿਆਦਾ ਐਕਸਪਰਟ ਡਾਕਟਰ ਆਉਂਦੇ ਨੇ ਉਸ ਤੋਂ ਬਾਅਦ ਵਿੱਚ ਹੁਣ ਕੱਲ੍ਹ ਦੀ ਵਾਲਦਾ ਅੰਦਰ ਗਏ ਨੇ ਤੇ ਹਾਲੇ ਤੱਕ ਇਸ ਟਾਈਮ ਤੱਕ ਉਹਨਾਂ ਦਾ ਆਪਰੇਟ ਨਹੀਂ ਹੋਇਆ ਹੁਣ ਦੱਸ ਰਹੇ ਨੇ ਕਿ ਮਗਰਬ ਤੋਂ ਬਾਅਦ ਤੁਹਾਡਾ ਆਪਰੇਟ ਹੋਣਾ ਕਾਗਜ਼ ਲੈ ਬਲੱਡ ਸ਼ੂਗਰ ਹਰ ਚੀਜ਼ ਟੈਸਟ ਕਰਕੇ ਫਿਰ ਉਹਦੀ ਕੋਈ ਅਗਰ ਕਿਸੇ ਨੂੰ ਸ਼ੂਗਰ ਆ ਉਹਨੂੰ ਪਹਿਲੇ ਮੈਡੀਸਨ ਦੇਣਗੇ ਜੇ ਕੋਈ ਨਾਰਮਲ ਆ ਤੇ ਫਿਰ ਉਹ ਕਰ ਦੇਣਗੇ ਰਿਸਕ ਨਹੀਂ ਲੈਣਾ ਉਹਨਾਂ ਨੇ ਮਰੀਜ਼ ਨੂੰ ਨਾਰਮਲ ਕਰਕੇ ਤੇ ਫਿਰ ਆਪਰੇਟ ਕਰ ਦੇਣਗੇ ਤੇ ਕੱਲ੍ਹ 2:30 ਵਜੇ ਲੈਂਸ ਵੀ ਲੱਭ ਗਿਆ ਸੀ ਲੈਂਸ ਪੈਣਾ ਸੀ ਵਾਲਦਾ ਦਾ ਲੈਂਸ ਪੈਣਾ ਸੀਗਾ ਇਸ ਕਰਕੇ ਅਸੀਂ ਕਿਹਾ ਵੀ ਅੱਧੇ ਘੰਟੇ ਤੱਕ ਹੋ ਜਾਏਗਾ ਘੰਟੇ ਤੱਕ ਕਰਦੇ ਸ਼ਾਮਾਂ ਪੈ ਗਈਆਂ ਮਗਰਬ ਹੋ ਗਈ ਨਮਾਜ਼ ਪੜ੍ਹੀ ਉਸ ਤੋਂ ਬਾਅਦ ਜੀ ਪੁੱਛਿਆ ਤੇ ਬੰਦੇ ਨੇ ਕਿ ਭਾਈ ਜਿਹੜੇ ਆ ਉਹਨਾਂ ਰਾਤ ਇੱਥੇ ਕਹਿੰਦੇ ਆਪਰੇਸ਼ਨ ਹੋ ਜਾਣਾ ਕਹਿੰਦੇ ਜੇ ਅਗਰ ਰਾਤ ਆਪਰੇਸ਼ਨ ਹੋ ਗਿਆ ਤੇ ਸਵੇਰ 7 ਵਜੇ ਛੁੱਟੀ ਹੋਣੀ ਹੈ ਅੱਛਾ ਖੈਰ ਮੋਬਾਈਲਾਂ ਦੀਆਂ ਬੈਟਰੀਆਂ ਡਾਊਨ ਹੋ ਗਈਆਂ ਸੀ ਸਾਰੇ ਦਿਨ ਦੀਆਂ ਮੋਬਾਈਲ ਦੀ ਬੈਟਰੀ ਰਹਿ ਗਈ 7-8 ਬੰਦ ਕੀਤਾ ਤੇ ਵਾਲਦਾ ਨੂੰ ਪਤਾ ਸੀਗਾ ਕਿ ਬਾਹਰ ਹੀ ਹੈ ਉਹ ਅੰਦਰ ਸੀ ਹਸਪੀਟਲ ਦੇ ਅੰਦਰ ਵੀ ਬਾਹਰ ਕੈਂਪ ਲੱਗੇ ਸੀ ਤੰਬੂ ਸ਼ੰਬੂ ਲੱਗੇ ਸੀ ਕਿ ਉੱਥੇ ਬੈਠੇ ਸੀਗੀਆਂ ਬੁੱਢੀਆਂ ਜਿੱਥੇ ਸਾਰੀਆਂ ਬੈਠੀਆਂ ਉੱਥੇ ਬੈਠੇ ਰਹੇ ਤੇ ਫਿਰ ਕਿਸੇ ਕੋ 10 ਮਿੰਟ ਫੜ ਕੇ ਚਾਰਜਰ ਲਾ ਕੋਈ ਇੱਧਰ ਵੇਖਿਆ ਮੈਂ ਉਹ ਪੁੱਲ ਦੇ ਕੋਲ ਨਾ ਬਣਿਆ ਬਹਿਣ ਵਾਸਤੇ ਮਾਜਦ ਵੀ ਆ ਤੇ ਬੈਠੇ ਵੀ ਲੋਕ ਉੱਥੇ ਨਾ ਸੱਚ ਵੀ ਹੈਗੇ ਨੇ ਕੋਈ ਚਾਰਜਰ ਲਾਉਂਦਾ ਸੀ ਉਹ ਜਿਹੜਾ ਕੋਈ ਚਾਰਜਰ ਲਾਉਂਦਾ ਸੀ ਆ ਕੇ ਉਹਦੇ ਕੋਲ ਫੜ ਕੇ ਯਾਰ 10 ਮਿੰਟ ਮੇਰਾ ਵੀ ਲਵਾ ਦੇ ਉਹ ਇੱਦਾਂ ਕਰਕੇ ਨਾ ਬੈਟਰੀ ਪੂਰਾ ਚਾਰਜ ਕਰ ਲਈ ਰਾਤ ਫਿਰ ਉੱਥੇ ਲੰਗਰ ਖਾਧਾ ਲੰਗਰ ਖਾਣ ਤੋਂ ਬਾਅਦ ਲੰਗਰ ਵੀ ਦਿੰਦੇ ਨੇ 3 ਟਾਈਮ ਠੀਕ ਹੈ ਜਿਹੜਾ ਮਰੀਜ਼ ਆ ਜਾਂ ਮਰੀਜ਼ ਦੇ ਨਾਲ ਆ ਉਹਦੇ ਵਾਸਤੇ ਲੰਗਰ ਵੀ ਹੁੰਦਾ ਇੱਥੇ 3 ਟਾਈਮ ਸਵੇਰ ਮੇਰੇ ਕੋਲ ਚਾਹ ਰਸ ਹੁੰਦੀ ਹੈ ਤੇ ਫਿਰ ਰੋਟੀ ਛੋਟੀ ਵੀ ਹੁੰਦੀ ਦੁਪਹਿਰ ਨੂੰ ਵੀ ਰਾਤ ਨੂੰ ਵੀ
ਉਹ ਫਿਰ ਰਾਤ ਲੰਗਰ ਸ਼ੰਗਰ ਵੀ ਕੀਤਾ ਮੜਾ ਚੈੱਕ। ਪਹਿਲੇ ਉਹ ਰੋਟੀ ਤਾਂ ਮੈਂ ਖਾ ਲਈ ਸੀਗੀ, ਭਾਈ ਲੈ ਕੇ ਆਏ ਸੀ ਰੋਟੀ ਤੇ ਉਹ ਖਾ ਲਈ ਸੀ, ਤੇ ਫਿਰ ਵੀ ਲੰਗਰ ਮੈਂ ਕਿਹਾ ਚਲੋ ਲੰਗਰ ਖਾ ਲੈਣਾ ਚਾਹੀਦਾ, ਸ਼ਫਾ ਹੁੰਦੀ ਆ। ਉਹ ਵੀ ਫਿਰ ਰਾਤੀ ਖਾਧਾ। ਖਾਣ ਤੋਂ ਬਾਅਦ ਫਿਰ ਉੱਥੇ ਕਦੀ ਸੌਂ ਗਏ ਕਦੀ ਉੱਠ ਗਏ। ਆਵਾਮ ਬਹੁਤ ਜ਼ਿਆਦਾ ਸੀ, ਇਸ ਕਰਕੇ ਨਾ ਬੰਦਾ ਸਹੀ ਪੈ ਵੀ ਨਹੀਂ ਸਕਦਾ। ਤੇ ਫਿਰ ਸੁਬਾਹ ਹੋਈ ਆ, ਸੁਬਾਹ ਰਾਬਤਾ ਜਦੋਂ ਕੀਤਾ ਵਾਲਦਾ ਨਾਲ, ਤਾਂ ਉਹਨਾਂ ਕਹਿੰਦੀ ਮੇਰਾ ਹਾਲੇ ਕਿੱਥੋਂ ਆਪਰੇਸ਼ਨ ਹੋਇਆ। ਉਹ ਮੈਂ ਕਿਹਾ ਵੜ ਗਈ। ਮੈਂ ਆਪਣੇ ਨੂੰ ਹਿਸਾਬ ਲਿਆ ਸੀ ਕਿ 7 ਵਜੇ ਛੁੱਟੀ ਹੋ ਜਾਣੀ ਆ, ਚਲੋ 7 ਵਜੇ ਲੈ ਕੇ ਚੱਲ ਜਾਂਗੇ। ਕਰਦਿਆਂ ਹੁਣ 4 ਵੱਜ ਗਏ ਆ। ਕੀ ਟਾਈਮ ਹੋ ਗਿਆ? ਹਾਂ 3:37 ਹੋ ਗਏ ਇਸ ਟਾਈਮ, ਤੇ ਹਾਲੇ ਤੱਕ ਆਪਰੇਟ ਨਹੀਂ ਹੋਇਆ। ਤੇ ਮੈਂ ਤੇ ਤੁਹਾਨੂੰ ਪਤਾ ਦਰਬਾਰ ਸ਼ਰੀਫ ਤੇ ਅਸੀਂ ਤੇ ਸਾਨੂੰ ਤੇ ਲਾਹਾ ਹੀ ਹੁੰਦਾ, ਦਰਬਾਰ ਸ਼ਰੀਫ ਤੇ ਜਾਈਏ ਤੇ ਬਹਿ ਕੇ 4 ਦਿਨ ਜ਼ਿਕਰ ਕਰੀਏ, ਨਮਾਜ਼ ਪੜ੍ਹੀਏ, ਸਲਾਮ ਕਰੀਏ। ਮੈਂ ਤਾਂ ਫਿਰ ਜ਼ਿਆਦਾ ਟਾਈਮ ਦਰਬਾਰ ਸ਼ਰੀਫ ਦੇ ਵਿੱਚ ਹੀ ਗੁਜ਼ਾਰਿਆ। ਤੇ ਹੁਣ ਨਾ ਜਰਾ ਥੱਕ ਥੁੱਕ ਗਿਆ ਸੀ ਵਾਹਵਾ ਹੀ, ਤੇ ਮੈਂ ਕਿਹਾ ਇੱਥੋਂ ਉਹ ਬੱਬੇ ਕੋ ਚਾਹ ਚੁ ਪੀਣਾ ਆ ਗਏ। ਤੇ ਆਹ ਸੱਫ ਲੱਭੀ ਸੀ, ਸੱਫ ਲੱਭ ਕੇ ਤੇ ਮੈਂ ਇੱਥੇ ਆ ਕੇ ਵਿਛਾ ਲਈ ਆ। ਤੇ ਅੱਲਾ ਖੈਰ ਕਰੇ। ਆਪਰੇਟ ਤੇ ਹੁਣ ਪਤਾ ਲੱਗਾ ਕਿ ਮਗਰੋਂ ਤੋਂ ਬਾਅਦ ਹੋ ਜਾਣਾ ਆ। ਤੇ ਮੈਨੂੰ ਕਹਿੰਦੇ ਤੁਸੀਂ ਚੱਲ ਜਾਓ, ਤੂੰ ਇੱਥੇ ਕੱਟ ਬੈਠਾ, ਕੋਈ ਅੰਦਰ ਤੂੰ ਜਾ ਨਹੀਂ ਸਕਦਾ ਔਰਤ ਦੇ ਨਾਲ। ਮੈਂ ਕਿਹਾ ਬਾਹਰ ਹੋਣਾ ਬਾਈ ਜ਼ਰੂਰੀ ਆ, ਕੋਈ ਵੀ ਐਮਰਜੈਂਸੀ ਆਪਰੇਟ ਜਦੋਂ ਵੀ ਹੋਵੇ, ਕੋਈ ਮਸਲਾ ਬਣ ਜਾਏ ਤੇ ਚਲੋ ਬਾਹਰ ਤੇ ਮੈਂ ਹੋਵਾਂਗਾ ਨਾ। ਇਸ ਕਰਕੇ ਮੈਂ ਫਿਰ ਨਹੀਂ ਗਿਆ। ਸਵੇਰ ਨੂੰ ਚਲੀਸਵੇਂ ਦਾ ਖਤਮ ਵੀ ਆ, ਮੇਰੀ ਭਰਜਾਈ ਦਾ ਰੱਖ ਦਿੱਤਾ ਸੀ, ਉਹ ਚਲੀਸਵੇਂ ਦਾ ਖਤਮ ਸਾਰਾ ਇਕੱਠਾ ਹੀ ਕਰ ਦੇਣਾ ਚਾਹੀਦਾ। ਤੇ ਦੂਜੇ ਨੰਬਰ 'ਤੇ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਲੈਂਜ ਤੁਹਾਨੂੰ ਬਾਹਰੋਂ 7-8 ਹਜ਼ਾਰ ਦਾ ਮਿਲਦਾ, ਉਹ ਇੱਥੋਂ ਮਿਲਦਾ 2500 ਦਾ। ਦੂਜੇ ਨੰਬਰ 'ਤੇ ਜਿਹੜਾ ਇੱਥੋਂ ਦਰਬਾਰ ਤੋਂ 5000 ਦਾ ਮਿਲਦਾ, ਬਾਹਰੋਂ ਤੁਸੀਂ 15000, 20000, 25000 ਇਸ ਰੇਂਜ ਤੁਹਾਨੂੰ ਲੱਭਦਾ ਲੈਂਸ। ਹੋ ਤੀਸਰਾ ਲੈਂਸ ਹੈ ਇੱਥੇ 19000 ਵਾਲਾ। ਅਗਰ ਤੁਸੀਂ ਉਹ ਲੈਂਸ ਬਾਹਰੋਂ ਪ੍ਰਾਈਵੇਟ ਪਵਾਓਗੇ ਕਿਤੇ ਜਾ ਕੇ, ਜਾਂ ਬਾਹਰੋਂ ਕਿਤੋਂ ਪਰਚੇਜ਼ ਕਰੋਗੇ, ਤਾਂ ਉਹ ਤੁਹਾਨੂੰ ਮਿਲੇਗਾ 80000 ਤੋਂ ਲੈ ਕੇ 1.25 ਲੱਖ ਤੱਕ। ਇਸ ਜਗ੍ਹਾ 'ਤੇ ਜਿਹੜੇ ਲੈਂਸ ਹੁੰਦੇ ਨੇ ਡਾਇਰੈਕਟ ਕੰਪਨੀ ਤੋਂ, ਜਿੱਥੋਂ ਲੈ ਕੇ ਲੋਕ ਸੇਲ ਕਰਦੇ ਨੇ ਨਾ ਅੱਗੇ, ਉਹ ਡਾਇਰੈਕਟ ਕੰਪਨੀ ਇੱਥੇ ਦੇ ਕੇ ਜਾਂਦੀ ਹੈ। ਇਸ ਕਰਕੇ ਇੱਥੇ ਰੇਟ ਸਿਰਫ ਕੰਪਨੀ ਵਾਲਾ ਰੇਟ ਹੁੰਦਾ, ਤੇ ਚੀਜ਼ ਇੱਕ ਨੰਬਰ ਹੁੰਦੀ ਹੈ। ਤੇ ਦੂਜੇ ਨੰਬਰ 'ਤੇ ਜਿਹੜੇ ਇੱਥੇ ਡਾਕਟਰ ਆ ਮਾਸ਼ਾਅੱਲਾ ਐਕਸਪਰਟ ਡਾਕਟਰ, ਮੈਂ ਇਹਨਾਂ ਡਾਕਟਰਾਂ ਦੇ ਨਾਲ ਕਿਸੇ ਨੂੰ ਕੰਪੇਅਰ ਨਹੀਂ ਕਰ ਸਕਦਾ। ਇਹ ਇੱਥੇ ਇੱਕ ਤਾਂ ਰੱਬ ਦਾ ਕਰਮ ਰਹਿਮਤ, ਦੂਜੇ ਨੰਬਰ 'ਤੇ ਸਰਕਾਰਾਂ ਦਾ ਫੈਜ਼, ਇੱਥੇ ਸਕੂਨ। ਤੇ ਬਾਅਦ ਟਾਈਮ ਉਹ ਅੰਦਰ ਕੋਈ ਜਿਹੜੇ ਵਰਕਰ ਨੇ ਇੱਥੇ ਜਿਹਨਾਂ ਦੀਆਂ ਡਿਊਟੀਆਂ ਲੱਗੀਆਂ, ਕੋਈ ਵਿੱਚ ਬਦਤਮੀਜ਼ੀ ਵੀ ਕਰ ਜਾਂਦੇ, ਲੇਕਿਨ ਉਹ ਜ਼ਾਹਰ ਆ ਕਿ ਬੰਦਾ ਸਾਰਾ ਦਿਨ ਕੰਮ ਲੱਗਾ ਕਿ ਬਾਰ-ਬਾਰ ਇੱਕੋ ਕੰਮ, ਵੀ ਮੇਰਾ ਨਹੀਂ ਕਰਦਾ, ਵੀ ਮੇਰਾ ਕਰ, ਵੀ ਮੇਰਾ ਕਰ, ਤੇ ਉਹ ਭੁਰਾ ਦਬਕ ਵੀ ਦਿੰਦੇ ਆ। ਤੁਸੀਂ ਸਬਰ ਕਰਕੇ ਬਹੁਤ ਇੱਥੇ ਆਪਣੀ ਵਾਰੀ ਸਿਰ ਜਿੱਦਾਂ ਵਾਰੀ ਆਉਣੀ ਹੈ ਉਹਨਾਂ ਨੇ ਆਟੋਮੈਟਿਕ ਕਰ ਦੇਣਾ। ਤੁਸੀਂ ਖੱਪ ਪਾਓ, ਜੋ ਮਰਜ਼ੀ ਕਰੋ, ਨਾ ਕੋਈ ਸਿਫਾਰਿਸ਼ ਇੱਥੇ ਚੱਲਦੀ ਹੈ। ਇੱਕ ਤਾਂ ਹੋਵੇ ਨਾ ਕਿ ਚਲੋ ਕੋਈ ਬੰਦਾ ਤਕੜਾ ਆ ਗਿਆ ਜੀ, ਉਹਦੀ ਸਿਫਾਰਿਸ਼ ਆ ਜੀ, ਉਹਦੇ ਮਰੀਜ਼ ਤਾਂ ਪਹਿਲੇ ਨਹੀਂ ਹੈ। ਤਕੜੇ ਮਾੜੇ ਤਕੜੇ ਸਾਰੇ ਇੱਕੋ ਲੈਣ 'ਚ। ਇੱਥੇ ਨੰਬਰ ਸਿਰ ਵਾਰੀ ਆਉਣੀ ਹੈ, ਨੰਬਰ ਸਿਰ ਹੀ ਸਾਰਾ ਕੰਮ ਹੋਣਾ। ਤੇ ਮੈਂ ਹੁਣ ਭਰਾਵਾ ਇੱਥੇ ਬੈਠਾ ਬਾਹਰ, ਤੇ ਮੈਂ ਕਿਹਾ ਚਲੋ ਅੱਜ ਭੋਰਾ ਵੀਡੀਓ ਬਣਾ ਕੇ ਪਾ ਦਿੰਦੇ ਆ, ਸਟੋਰੀਆਂ ਵੀ ਬਣਾਵਾਂਗੇ ਇਨਸ਼ਾ ਅੱਲਾਹ, ਤੁਹਾਨੂੰ ਸਟੋਰੀਆਂ ਦਿਖਾਇਆ ਕਰਾਂਗੇ। ਤੇ ਆਹ ਵੇਖੋ ਇਹ ਲੱਭੀ ਜਿਹੀ ਥੋੜ੍ਹੀ ਜਿਹੀ ਸਾਫ਼ ਵਿਛਾਈ ਆ, ਬਾਹਰਲੀ ਸਾਈਡ 'ਤੇ ਆ ਕੇ ਬੈਠਾ, ਇੱਥੇ ਮੈਂ ਲੰਮੇ ਪਿਆ। ਤੇ ਇਹ ਸੜਕ ਚੱਲਦੀ ਆ, ਉਹ ਦਰਬਾਰ ਸ਼ਰੀਫ ਆ ਸਾਹਮਣੇ। ਇੱਥੋਂ ਮੈਂ ਚਾਹ ਪੀਤੀ ਆ, ਬਾਬੇ ਕੋਲੋਂ ਆ ਗਿਆ ਉਹ ਜਿਹੜਾ। ਤੇ ਮੈਂ ਕਿਹਾ ਚਲੋ ਇੱਥੇ ਭੋਰਾ ਪੀਂਦੇ ਹਾਂ, ਭੋਰਾ ਲੱਕ ਸਿੱਧਾ ਕਰਦੇ ਹਾਂ, ਫਿਰ ਵੇਖਦੇ ਹਾਂ ਮਗਰੋਂ ਤੋਂ ਬਾਅਦ। ਤੇ ਉਹ ਦੂਜੇ ਨੰਬਰ 'ਤੇ ਵਾਲਦਾ ਕੋਲ ਜਿਹੜਾ ਮੋਬਾਈਲ ਨਾਲ, ਉਹਦੀ ਬੈਟਰੀ ਬਿਲਕੁਲ ਐਂਡ ਆ, ਹੁਣ ਪਤਾ ਨਹੀਂ ਕਿਹੜਾ ਬੰਦ ਹੋਣਾ। ਅਗਰ ਉਹ ਬੰਦ ਹੋ ਗਿਆ ਸਾਡਾ ਰਾਬਤਾ ਮੁਨਕਤਾ ਹੋ ਜਾਣਾ, ਮੁੜ ਕੇ ਅਸੀਂ ਬਾਹਰ ਹੀ ਵੇਖਣਾ ਆ। ਜਾਂ ਤਾਂ ਫਿਰ ਨੰਬਰ ਮੈਂ ਲਿਖ ਕੇ ਦਿੱਤਾ ਸੀਗਾ, ਮੈਂ ਕਿਹਾ ਮੈਨੂੰ ਕਾਲ ਕਰ ਦੇਣਾ। ਇਹ ਨੰਬਰ ਮੈਂ ਪਰਚੀ 'ਤੇ ਲਿਖ ਕੇ ਫੜਾਤਾ, ਮੈਂ ਕਿਹਾ ਮੋਬਾਈਲ 'ਚ ਤੁਹਾਨੂੰ ਕੱਢਣਾ ਨਹੀਂ ਆਉਣਾ। ਤੇ ਜੇ ਉਹ ਬੰਦ ਹੋ ਗਿਆ, ਤਾਂ ਫਿਰ ਕਿਤੇ ਕਰਨਾ ਵੀ ਹੋਇਆ, ਤਾਂ ਕਿਸੇ ਨੂੰ ਉਹਨਾਂ ਨੇ ਕਹਿਣਾ ਕਿ ਇਸ ਨੰਬਰ 'ਤੇ ਕਾਲ ਕਰਕੇ ਮੇਰੀ ਗੱਲ ਕਰਾ ਦਿਓ। ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਮੋਬਾਈਲ ਕਿਸੇ ਤਰੀਕੇ ਨਾਲ ਚਾਰਜ ਕਰਵਾ ਦਈਏ। ਭਾਈ ਨੂੰ ਫੋਨ ਕੀਤਾ, ਨਾਲ ਮੈਸੇਜ ਕੀਤੇ ਆ ਕਿ ਤੂੰ ਨਾ ਹੁੰਦਾ ਕੋਈ ਇੱਦਾਂ ਦਾ ਚਾਰਜਰ ਲਈ ਆਈ, ਤਾਂ ਕਿ ਫਿਰ ਮੈਂ ਉਹਨੂੰ ਕਿਹਾ ਕਿ ਆਪਣੀ ਬੇਗਮ ਨੂੰ ਲੈ ਆਈ। ਫਿਰ ਉਹ ਅੰਦਰ ਚੱਲ ਜਾਏਗੀ, ਲੱਭ ਕੇ ਤੇ ਉਹਨਾਂ ਦਾ ਮੋਬਾਈਲ 'ਤੇ ਪੂਰਾ ਚਾਰਜ ਕਰਕੇ ਦੇਵਾਂਗੇ। ਕਿਉਂਕਿ ਰਾਤ ਇਹਨਾਂ ਨੇ ਆਪਰੇਸ਼ਨ ਕਰਕੇ ਨਾ ਇੱਥੇ ਪਾ ਦੇਣਾ, ਤੇ ਸਵੇਰ ਨੂੰ 7 ਵਜੇ ਛੁੱਟੀ ਦੇ ਦੇਣੀ ਹੈ, ਫਿਰ ਨਵੇਂ ਮਰੀਜ਼ ਸ਼ੁਰੂ ਹੋ ਜਾਣੇ। ਤੇ ਦੁਆ ਕਰਦੇ ਹਾਂ ਕਿ ਅੱਲਾਹ ਪਾਕ ਅੱਜ ਆਪਰੇਸ਼ਨ ਸਾਡਾ ਟਾਈਮ ਵਾਰੀ ਆ ਹੀ ਹੈ। ਹੁਣ ਫੋਨ ਕੀਤਾ ਸੀ, ਕਹਿੰਦੇ ਆ ਕਿ ਮਗਰੋਂ ਤੋਂ ਬਾਅਦ ਹੋ ਜਾਏਗਾ। ਕੱਲ੍ਹ ਦਾ ਦੱਸਣੇ ਨਹੀਂ ਸੀ ਨਾ ਡੇ ਕਦੋਂ ਹੋ ਜਾਣਾ। ਪਹਿਲੇ ਬਲੱਡ ਲੈ ਕੇ ਜਾਂਦੇ, ਸੈਂਪਲ ਰਿਪੋਰਟਾਂ ਸਾਰੀਆਂ ਕਰਦੇ ਆ, ਫਿਰ ਗਾਂਹ ਚੱਲ ਜਾਂਦੇ ਆ, ਫਿਰ ਅੱਗੇ ਜਿੱਦਾਂ ਜਿੱਦਾਂ ਪ੍ਰੋਸੈਸ ਹੁੰਦਾ ਸਾਰਾ ਨਾਲ ਕਰੀ ਜਾਂਦੇ ਆ। ਜਿਹੜੇ ਮਰੀਜ਼ ਠੀਕ ਹੁੰਦੇ ਨੇ ਉਹਨਾਂ ਦੀਆਂ ਰਿਪੋਰਟਾਂ ਠੀਕ ਹੁੰਦੀਆਂ ਨੇ, ਉਹਨਾਂ ਦਾ ਵੀ ਭੋਰਾ ਪਹਿਲੇ ਕਰ ਦਿੰਦੇ ਨੇ।
ਜਿਨ੍ਹਾਂ ਦੀਆਂ ਰਿਪੋਰਟਾਂ ਹਾਲੇ ਬਿਲਕੁਲ ਠੀਕ ਨਹੀਂ ਹੁੰਦੀਆਂ, ਪਤਾ ਹੁੰਦਾ ਵੀ ਇੰਨਾ ਟਾਈਮ ਲੱਗ ਜਾਣਾ ਰਿਪੋਰਟ ਠੀਕ ਹੋਣ ਨੂੰ, ਉਹਨੂੰ ਫਿਰ ਉਸ ਟਾਈਮ ਨਾਲ ਲੇਟ ਕਰ ਦਿੰਦੇ ਨੇ। ਠੀਕ ਹੈ, ਤੇ ਦੁਆ ਕਰੋ ਸਾਰੇ ਅੱਲਾਹ ਪਾਕ ਤੰਦਰੁਸਤੀ ਦੇ ਸਭ ਦਾ, ਜਿਹੜੇ ਲੋਕ ਇੱਥੇ ਆ ਰਹੇ ਨੇ ਫੈਜ਼ਯਾਬ ਹੋ ਰਹੇ ਨੇ ਉਹਨਾਂ ਵਾਸਤੇ ਦੁਆ ਕਰੋ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ ਤੇ ਬਾਬਾ ਜੀ ਸਰਕਾਰ ਦੇ ਦਰਜਾਤ ਨੂੰ ਬੁਲੰਦ ਫਰਮਾਏ, ਕਿਉਂਕਿ ਇੱਥੇ ਸਕੂਨ ਹੀ ਇੱਕ ਲਹਿਦਾ, ਕੋਈ ਵੀ ਬੰਦਾ ਹੋਵੇ ਨਾ ਇੱਥੇ ਉਹਨੂੰ ਇੱਕ ਲਹਿਦਾ ਸਕੂਨ ਮਿਲੇਗਾ। 24 ਘੰਟੇ ਜ਼ਿਕਰ ਹੋ ਰਿਹਾ ਇੱਥੇ, ਨਮਾਜ਼ ਦੇ ਟਾਈਮ ਨਮਾਜ਼ ਆ, ਅਜ਼ਾਨ ਟਾਈਮ ਕੰਮ ਬੰਦ ਆ, ਲੰਗਰ 24 ਘੰਟੇ ਬਣ ਰਿਹਾ, ਲੰਗਰੀ ਆ ਰਹੇ ਨੇ, ਜਮਾਤਾਂ ਆ ਰਹੀਆਂ ਨੇ ਜਾ ਰਹੀਆਂ ਨੇ, ਇੱਥੇ ਕੰਮ ਕਰ ਰਹੀਆਂ ਨੇ। ਤੇ ਅਸੀਂ ਮੈਂ ਪੂਰਾ ਲੱਕ ਸਿੱਧਾ ਕਰ ਲਿਆ, ਮੈਂ ਕਿਹਾ ਚਲੋ ਪੂਰਾ ਵੀਡੀਓ ਬਣਾ ਦਈਏ। ਹੁਣ ਤੇ ਮੇਰਾ ਕੋਈ ਨੈਟ ਇੱਥੇ ਠੀਕ ਆ ਕਿ ਵੀਡੀਓ ਚੜਾ ਦਈਏ ਤਾਂ ਕਿ ਯਾਰਾਂ ਦੋਸਤਾਂ ਨੂੰ ਪਤਾ ਲੱਗ ਜਾਏ ਕਿ ਇਸ ਵੇਲੇ ਤੇ ਬਲੌਗ ਨਹੀਂ ਬਣਾ ਰਿਹਾ। ਤੇ ਇਨਸ਼ਾ ਤਾਲਾ ਹੁਣ ਜਿਹੜੇ ਬਲੌਗ ਅੱਗੋਂ ਤੋਂ ਬਣਾਵਾਂਗੇ, ਕੋਈ ਸਟੋਰੀ ਟੈਬ ਬਣਾਵਾਂਗੇ, ਸਟੋਰੀਆਂ ਬਣਾਵਾ ਕਰਾਂਗੇ, ਭਾਵੇਂ 5 ਮਿੰਟ ਦੀ, 7 ਮਿੰਟ ਦੀ, 8 ਮਿੰਟ ਦੀ, ਜਿੰਨੀ ਵੀ ਬਣ ਗਈ ਉਨੀ ਬਣਾ ਕੇ ਅਪਲੋਡ ਕਰਿਆ ਕਰਾਂਗੇ। ਤੇ ਬਾਕੀ ਵਿੱਚ ਬਲੌਗ ਵੀ ਸ਼ੂਟ ਕਰ ਦਿਆ ਕਰਾਂਗੇ ਡੇਲੀ ਰੂਟੀਨ ਵਾਲਾ, ਤੇ ਸਟੋਰੀ ਵੀ ਬਣਾਇਆ ਕਰਾਂਗੇ। ਮਿਲਦੇ ਹਾਂ ਤੁਹਾਨੂੰ ਅਸੀਂ ਆਪਣੇ ਸਟੋਰੀ ਵਾਲੇ ਬਲੌਗ 'ਚ ਜਾਂ ਕੋਈ ਢੋਲ ਢਮੱਕੇ ਵਾਲੇ ਬਲੌਗ 'ਚ। ਤੇ ਵੀਡੀਓ ਅਗਰ ਅੱਛੀ ਲੱਗੀ ਤਾਂ ਭਾਈ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰ ਦੇਣਾ। ਅੱਛੀ ਪਤਾ ਨਹੀਂ ਤੁਹਾਨੂੰ ਲੱਗੀ ਕਿ ਨਹੀਂ ਲੱਗੀ, ਲੇਕਿਨ ਅਸੀਂ ਆਪਣੀ YouTube ਤੋਂ ਨਾਗਾ ਨਹੀਂ ਸੀ ਪਾਉਣਾ, ਵੀ ਅੱਜ ਲਾਜ਼ਮੀ ਪਾਉਣੀ ਸੀ ਵੀਡੀਓ। ਤੇ ਓਕੇ ਜੀ, ਮਿਲਦੇ ਤੁਹਾਨੂੰ ਅਸੀਂ ਆਪਣੇ ਅਗਲੇ ਬਲੌਗ 'ਚ। ਅੱਲਾ ਹਾਫਿਜ਼।